बंगिया के गुरु नानक मिशन हॉस्पिटल टाहा कलेरा में नवनियुक्त गायनोलॉजिस्ट डॉक्टर आर.के. मनदीप एम.डी. से हमारे प्रतिनिधि मनजिंदर सिंह की खास वार्ता। जी मैं मनजिंदर सिंह ਅੱਜ ਸਾਡੀ ਟੀਮ ਪਹੁੰਚੀ ਹੈ ਗੁਰੂ ਨਾਨਕ ਮਿਸ਼ਨ ਹਸਪੀਟਲ ਟਾਹਾਂ ਕਲੇਰਾਂ ਵਿਖੇ, ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਔਰ ਖਾਸ ਕਰਕੇ ਦੁਆਬੇ ਏਰੀਏ ਦਾ ਬਹੁਤ ਹੀ ਸੁਪਰ ਸਪੈਸ਼ਲਿਸਟੀ ਹਸਪੀਟਲ ਹੈ, ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਮਾਹਰ ਡਾਕਟਰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਕਰਦੇ ਨੇ। ਅੱਜ ਕੱਲ੍ਹ ਕਰਾਵਾਂਗੇ ਤੁਹਾਡੀ ਡਾਕਟਰ ਆਰ.ਕੇ. ਅਮਨਦੀਪ ਜੀ, ਜੋ ਕਿ ਇੱਥੇ ਟਾਹਾਂ ਕਲੇਰਾਂ ਵਿਖੇ ਉਹਨਾਂ ਦੀ ਨਵੀਂ ਨਿਯੁਕਤੀ ਹੋਈ ਹੈ। ਔਰ ਜੇ ਮੈਂ ਗੱਲ ਕਰਾਂ, ਉਹ ਗਾਇਨੀ ਦੇ ਮਾਹਰ ਨੇ ਔਰ ਗਾਇਨੀ ਦੀ ਉਹਨਾਂ ਨੇ M.D. ਦੀ ਡਿਗਰੀ ਉਹਨਾਂ ਨੇ ਕੀਤੀ ਹੋਈ ਹੈ। ਗੱਲ ਕਰਾਉਂਦੇ ਹਾਂ ਤੁਹਾਡੀ ਡਾਕਟਰ ਮੈਡਮ ਆਰ.ਕੇ. ਅਮਨਦੀਪ ਜੀ। ਡਾਕਟਰ ਆਰ.ਕੇ. ਅਮਨਦੀਪ ਜੀ, ਤੁਹਾਡਾ ਸਵਾਗਤ ਹੈ। ਹਾਂਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਇੱਥੇ ਨਵੀਂ ਨਿਯੁਕਤੀ ਤੁਹਾਡੀ ਹੋਈ ਹੈ, ਜੇ ਤੁਹਾਡੇ ਕੋਲ ਮੁੱਢਲੀ ਜਾਣਕਾਰੀ ਲਈਏ ਤਾਂ ਤੁਸੀਂ ਕਿਸ ਇਲਾਕੇ ਦੇ ਰਹਿਣ ਵਾਲੇ ਹੋ ਔਰ ਕਿੱਥੋਂ ਕਿੱਥੋਂ ਤੁਹਾਡੀ ਮੁੱਢਲੀ ਪੜ੍ਹਾਈ ਹੋਈ ਔਰ ਉਹਦੇ ਬਾਰੇ ਜਾਣਕਾਰੀ ਦਿਓਗੇ ਸਾਡੇ ਦਰਸ਼ਕਾਂ ਨੂੰ? ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਡਾਕਟਰ ਆਰ.ਕੇ. ਅਮਨਦੀਪ ਹੈ। ਮੈਂ ਬੇਸਿਕਲੀ ਨਵਾਂ ਸ਼ਹਿਰ ਦੀ ਰਹਿਣ ਵਾਲੀ ਹਾਂ। ਅਤੇ ਜੇ ਮੇਰੀ ਸਟੱਡੀ ਦੀ ਗੱਲ ਕਰੀਏ ਤਾਂ ਮੇਰੀ MBBS ਰਜਿੰਦਰਾ ਹੌਸਪੀਟਲ ਪਟਿਆਲਾ ਤੋਂ, ਐਂਡ ਮੇਰੀ M.D. ਦੀ ਡਿਗਰੀ ਜੋ ਹੈ ਉਹ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਹੈ। ਐਂਡ ਉਸ ਤੋਂ ਬਾਅਦ ਮੈਂ ਆਪਣੀ ਸੀਨੀਅਰ ਰੈਜ਼ੀਡੈਂਸੀ ਚੰਡੀਗੜ੍ਹ 32 ਸੈਕਟਰ ਗੌਰਮੈਂਟ ਮੈਡੀਕਲ ਕਾਲਜ ਤੋਂ ਕੀਤੀ। ਉਸ ਤੋਂ ਬਾਅਦ ਨੈਕਸਟ ਸੀਨੀਅਰ ਰੈਜ਼ੀਡੈਂਸੀ ਲਈ ਮੈਂ ਫਿਰ ਦੁਬਾਰਾ GMC ਅੰਮ੍ਰਿਤਸਰ ਤੋਂ ਆਪਣੀ ਕੀਤੀ ਹੈ। ਐਂਡ ਉਸ ਤੋਂ ਬਾਅਦ ਦੈਨ ਕੁਛ ਸਮਾਂ ਚੈਰੀਟੇਬਲ ਹੌਸਪੀਟਲ ਦੇ ਵਿੱਚ ਬਿਤਾਇਆ। ਐਂਡ ਦੈਨ IV ਹੌਸਪੀਟਲ ਨਵਾਂ ਸ਼ਹਿਰ ਦੇ ਵਿੱਚ ਮੈਂ 1 ਸਾਲ ਦੇ ਲਈ ਨਿਯੁਕਤ ਸੀ। ਉਸ ਤੋਂ ਬਾਅਦ ਹੁਣ ਮੈਂ ਇੱਥੇ ਟਾਹਾਂ ਕਲੇਰਾਂ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹੌਸਪੀਟਲ ਜੁਆਇਨ ਕੀਤਾ ਹੈ। ਮੈਡਮ ਜੀ, ਇਹ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਇਸ ਜ਼ਿਲ੍ਹੇ ਦੇ ਹੀ ਵਸਨੀਕ ਹੋ ਔਰ ਇਸ ਜ਼ਿਲ੍ਹੇ ਦੇ ਹੀ ਇੱਕ ਬਹੁਤ ਹੀ ਮਸ਼ਹੂਰ ਹਸਪੀਟਲ ਦੇ ਵਿੱਚ ਤੁਹਾਡੀ ਨਿਯੁਕਤੀ ਹੋਈ ਹੈ। ਜੇ ਤੁਹਾਡੀ ਵਿਸ਼ੇ ਦੀ ਗੱਲ ਕਰੀਏ, ਜਿਸ ਵਿਸ਼ੇ ਦੇ ਤੁਸੀਂ ਡਾਕਟਰ ਹੋ, ਗਾਇਨੀ ਸਪੈਸ਼ਲਿਸਟ ਹੋ ਤੁਸੀਂ, ਅਤੇ ਇਹਦੇ ਬਾਰੇ ਕੀ ਜਾਣਕਾਰੀ ਦਿਓਗੇ ਸਾਡੇ ਦਰਸ਼ਕਾਂ ਨੂੰ? ਹਾਂਜੀ, ਮੈਂ ਗਾਇਨੀ ਦੇ ਨਾਲ ਜੋ ਵੀ ਰਿਲੇਟਡ ਔਰਤਾਂ ਦੀਆਂ ਬਿਮਾਰੀਆਂ ਜੋ ਹੈ, ਹਰ ਏਜ ਗਰੁੱਪ ਦੇ ਹਿਸਾਬ ਦੇ ਨਾਲ ਜੋ ਵੀ ਪ੍ਰੋਬਲਮਸ ਔਰਤਾਂ ਨੂੰ ਆਉਂਦੀਆਂ ਨੇ, ਉਹ ਸਾਰੀਆਂ ਬਿਮਾਰੀਆਂ ਨਾਲ ਜੋ ਹੈ ਮੈਂ ਡੀਲ ਕਰਦੀ ਹਾਂ। ਜਿਵੇਂ ਕਿ ਅਗਰ ਆਪਾਂ ਦੇਖੀਏ ਤਾਂ ਪ੍ਰੈਗਨੈਂਸੀ ਦੇ ਨਾਲ ਰਿਲੇਟਡ ਜੋ ਵੀ ਹੈ ਸਾਰੀਆਂ ਪ੍ਰੋਬਲਮਸ ਹੈ, ਕੋਈ ਨੋਰਮਲ ਪ੍ਰੈਗਨੈਂਸੀ ਹੈ ਜਾਂ ਫਿਰ ਪ੍ਰੈਗਨੈਂਸੀ ਦੇ ਵਿੱਚ ਕੋਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਥਾਇਰੋਇਡ ਦੀ ਪ੍ਰੋਬਲਮ ਹੈ, ਜਾਂ ਫਿਰ ਪ੍ਰੈਗਨੈਂਸੀ ਦੇ ਵਿੱਚ ਘੱਟ ਟਾਈਮ ਦੇ ਉੱਤੇ ਕੋਈ ਬੱਚਾ ਗਿਰ ਜਾਂਦਾ ਹੈ, ਨੌਨ ਪ੍ਰੈਗਨੈਂਸੀ ਰਿਲੇਟਡ ਅਗਰ ਬਲੀਡਿੰਗ ਘੱਟ ਟਾਈਮ ਦੇ ਉੱਤੇ ਸਟਾਰਟ ਹੋ ਜਾਂਦੀ ਹੈ, ਕਿਸੇ ਵੀ ਤਰ੍ਹਾਂ ਦੀ ਪ੍ਰੈਗਨੈਂਸੀ ਦੇ ਨਾਲ ਰਿਲੇਟਡ ਕੋਈ ਵੀ ਕੁੜੀਆਂ ਹੁੰਦੀਆਂ ਹਨ ਜੋ ਉਸ ਦੇ ਨਾਲ ਇੱਥੇ ਆਪਾਂ ਡੀਲ ਕਰ ਸਕਦੇ ਹਾਂ। ਗੁਰੂ ਨਾਨਕ ਮਿਸ਼ਨ ਚੈਰੀਟੇਬਲ ਉਹਨਾਂ ਦੇ ਵਿੱਚ ਜੋ ਪ੍ਰੋਬਲਮ ਆਉਂਦੀਆਂ ਹੈ ਪੀਰੀਅਡਸ ਦੇ ਨਾਲ ਰਿਲੇਟਡ ਆਉਂਦੀ ਹੈ ਔਰ 24 ਆਵਰਸ ਨਹੀਂ ਅਵੇਲੇਬਿਲਿਟੀ ਹੈ, ਔਰ ਟਾਈਮ ਬਾਅਦ ਆਉਂਦੇ ਹਨ ਜਾਂ ਜ਼ਿਆਦਾ ਆਉਂਦੇ ਹਨ। ਤਾਂ ਉਹ ਸਾਰੀਆਂ ਚੀਜ਼ਾਂ ਜੋ ਹੈ ਜਿਸ ਨੂੰ ਆਪਾਂ PCOD ਨਾਲ ਰਿਲੇਟ ਕਰ ਰਹੇ ਹਾਂ, PCOD ਵਾਲੀਆਂ ਪ੍ਰੋਬਲਮਸ 'ਤੇ ਡੀਲ ਕਰਦੇ ਹਾਂ। ਜਾਂ ਫਿਰ ਜੋ ਵੀ ਲੇਡੀਜ਼ ਨੂੰ ਨੋਰਮਲ ਏਜ ਗਰੁੱਪ ਦੇ ਵਿੱਚ ਬਲੀਡਿੰਗ ਦੀ ਪ੍ਰੋਬਲਮ ਆਉਂਦੀ ਹੈ, ਕੋਈ ਰਸੌਲੀਆਂ ਹਨ, ਫਾਈਬਰੋਇਡਸ ਜਿਹਨਾਂ ਨੂੰ ਕਹਿੰਦੇ ਹਾਂ, ਅਡੀਨੋਮਾਇਓਸਿਸ ਹੈ, ਕੁਛ ਵੀ ਪ੍ਰੋਬਲਮ ਹੈ ਉਸ ਚੀਜ਼ ਦੇ ਨਾਲ ਡੀਲ ਕਰਦੇ ਹਾਂ। ਬਾਕੀ ਕੋਈ ਵੀ ਕਿਸੇ ਨੂੰ ਵੀ ਲਿਕੋਰੀਆ ਕਹਿ ਦਿੰਦੇ ਆ, ਪਾਣੀ ਪੈਂਦਾ ਹੈ, ਸ਼ਿਕਾਇਤ ਹੈ ਇਸ ਤਰ੍ਹਾਂ ਦੀ, ਉਹ ਸਾਰੀਆਂ ਪ੍ਰੋਬਲਮਸ ਨਾਲ ਵੀ ਆਪਾਂ ਇੱਥੇ ਡੀਲ ਕਰਦੇ ਹਾਂ। ਐਂਡ ਸਰਜੀਕਲ ਅਗਰ ਆਪਾਂ ਸਰਜਰੀਜ਼ ਦੀ ਗੱਲ ਕਰੀਏ ਤਾਂ ਨੋਰਮਲ ਡਿਲੀਵਰੀ ਜੋ ਹੈ, ਪੇਨਲੈਸ ਨੋਰਮਲ ਡਿਲੀਵਰੀ ਐਂਡ ਸਿਜ਼ੇਰੀਅਨ, ਪਹਿਲਾਂ ਜਿਨ੍ਹਾਂ ਦੇ ਵੱਡੇ ਆਪਰੇਸ਼ਨ ਹੋਏ ਹਨ ਉਹਨਾਂ ਨੂੰ ਵੱਡੇ ਆਪਰੇਸ਼ਨ ਦੀ ਸੁਵਿਧਾ ਜੋ ਹੈ ਉਪਲਬਧ ਹੈ। ਐਂਡ ਰਸੌਲੀਆਂ ਦੀ ਪ੍ਰੋਬਲਮ ਹੈ, ਰਸੌਲੀਆਂ ਨਿਕਲਵਾਉਣੀਆਂ, ਜਾਂ ਫਿਰ ਬੱਚੇਦਾਨੀ ਇੱਕ ਉਮਰ ਤੋਂ ਬਾਅਦ ਫੈਮਿਲੀ ਕੰਪਲੀਟਡ ਹੈ, ਬੱਚੇਦਾਨੀ ਨਿਕਲਵਾਉਣਾ ਚਾਹੁੰਦੇ ਹਨ, ਜਾਂ ਫਿਰ ਉਸਦਾ ਵੀ ਆਪਰੇਸ਼ਨ ਹੋ ਸਕਦਾ ਹੈ। ਐਂਡ ਕਿਸੇ ਨੂੰ ਕੋਈ ਭਾਰ ਪੈਂਦਾ ਹੈ, ਪ੍ਰੋਲੈਪਸ ਦੀ ਪ੍ਰੋਬਲਮ ਆ ਜਾਂਦੀ ਹੈ, ਬੱਚੇਦਾਨੀ ਬਾਹਰ ਆਉਂਦੀ ਹੈ, ਤਾਂ ਉਹ ਵੀ ਆਪਾਂ ਆਪਰੇਸ਼ਨ ਇੱਥੇ ਕਰ ਸਕਦੇ ਹਾਂ। ਡਾਕਟਰ ਸਾਹਿਬ, ਇਹ ਤਾਂ ਤੁਸੀਂ ਬੜੇ ਵਿਸਤਾਰਪੂਰਵਕ ਦੱਸਿਆ ਵੀ ਕਿਹੜੇ ਕਿਹੜੇ ਇਲਾਜ ਇੱਥੇ ਕੀਤੇ ਜਾਂਦੇ ਨੇ ਔਰ ਕਿਸ ਤਰ੍ਹਾਂ ਦੀਆਂ ਸਹੂਲਤਾਂ ਇੱਥੇ ਗੁਰੂ ਨਾਨਕ ਮਿਸ਼ਨ ਹਸਪੀਟਲ ਹਨ। ਜੇ ਆਪਾਂ ਫਿਰ ਪ੍ਰੈਗਨੈਂਸੀ ਦੀ ਗੱਲ ਕਰੀਏ ਮੈਡਮ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਦੇਖਿਆ ਗਿਆ ਹੈ ਕਿ ਪਹਿਲੇ ਸਮੇਂ ਦੇ ਵਿੱਚ ਨੋਰਮਲ ਡਿਲੀਵਰੀ ਜ਼ਿਆਦਾ ਹੁੰਦੀਆਂ ਸਨ ਔਰ ਅੱਜ ਕੱਲ੍ਹ ਸਰਜਰੀਅਨ ਆਪਰੇਸ਼ਨ ਜ਼ਿਆਦਾ ਹੁੰਦੇ ਹਨ, ਇਹਦਾ ਕੀ ਕਾਰਨ ਹੈ?
ਇਸ ਦੇ ਬਹੁਤ ਸਾਰੇ ਕਾਰਨ ਨੇ। ਪੇਸ਼ੈਂਟ ਜੋ ਹੈ ਉਹ ਆਪਣੇ ਪਾਰਟ 'ਤੇ ਹੀ ਸ਼ੁਰੂ ਤੋਂ ਹੀ ਮੋਟੀਵੇਟਡ ਆਉਂਦੀ ਹੈ ਕਿ ਮੈਂ ਨਾਰਮਲ ਡਿਲੀਵਰੀ ਨਹੀਂ ਕਰਾਣੀ। ਵੈਸੇ ਹਾਲਾਂਕਿ ਬਹੁਤ ਜ਼ਿਆਦਾ ਕਾਉਂਸਲਿੰਗ ਕੀਤੀ ਜਾਂਦੀ ਹੈ। ਮੈਂ ਯੂਜੂਅਲੀ ਆਪਣੇ ਪੇਸ਼ੈਂਟਸ ਨੂੰ ਬਹੁਤ ਕਾਉਂਸਲ ਕਰਦੀ ਹਾਂ ਕਿ ਨਾਰਮਲ ਡਿਲੀਵਰੀ ਹਮੇਸ਼ਾ ਹੀ ਸਿਜ਼ੇਰੀਅਨ ਤੋਂ ਬੈਟਰ ਹੁੰਦੀ ਹੈ। ਬਟ ਪੇਸ਼ੈਂਟ ਜੋ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਇਸ ਚੀਜ਼ ਲਈ ਕੰਪਲੀਕੇਸ਼ਨਸ ਲਈ ਅਵੇਅਰ ਹਨ ਕਿ ਕੰਪਲੀਕੇਸ਼ਨ ਇਹ ਆ ਜਾਂਦੀ ਹੈ, ਤਾਂ ਪੇਸ਼ੈਂਟ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਹੁੰਦੇ। ਐਂਡ ਮੋਰਓਵਰ ਲੇਟ ਕੰਸੈਪਸ਼ਨ ਹੁੰਦੀ ਹੈ, ਮਤਲਬ ਪ੍ਰੈਗਨੈਂਸੀ ਹੁੰਦੀ ਨਹੀਂ ਹੈ, ਬਹੁਤ ਲੇਟ ਮੈਡੀਸਿਨਸ ਤੋਂ ਬਾਅਦ ਹੁੰਦੀ ਹੈ, ਤਾਂ ਪੇਸ਼ੈਂਟ ਥੋੜ੍ਹੇ ਜ਼ਿਆਦਾ ਅਵੇਅਰ ਹੁੰਦੇ ਆ ਕਿ ਅਸੀਂ ਜ਼ਿਆਦਾ ਰਿਸਕ ਨਹੀਂ ਲੈਣਾ ਚਾਹੁੰਦੇ। ਬਟ ਹਾਂ, ਜਿਨ੍ਹਾਂ ਦੀ ਨਾਰਮਲ ਡਿਲੀਵਰੀ ਆਰਾਮ ਨਾਲ ਹੋ ਸਕਦੀ ਹੈ ਤਾਂ ਬੈਟਰ ਹੈ ਕਿ ਨਾਰਮਲ ਡਿਲੀਵਰੀ ਵੱਲ ਹੀ ਜਾਣਾ ਚਾਹੀਦਾ, ਕਿਉਂਕਿ ਪੇਸ਼ੈਂਟ ਲਈ ਉਹ ਸੇਫ ਹੁੰਦੀ ਹੈ। ਮੈਡਮ, ਇਹ ਔਰਤਾਂ ਦੀ ਪ੍ਰੈਗਨੈਂਸੀ ਬਾਰੇ ਹੋਰ ਗੱਲ ਕਰੀਏ, ਜਿਸ ਤਰ੍ਹਾਂ ਕਿ ਪ੍ਰੈਗਨੈਂਸੀ ਟਾਈਮ ਦੇ ਵਿੱਚ ਕਿਹੜੀਆਂ ਪ੍ਰੀਕਾਸ਼ਨਸ, ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਪ੍ਰੈਗਨੈਂਟ ਲੇਡੀ ਨੂੰ? ਦੇਖੋ, ਪ੍ਰੈਗਨੈਂਸੀ 'ਤੇ ਡਿਪੈਂਡ ਕਰਦਾ ਹੈ ਕਿ ਪ੍ਰੈਗਨੈਂਸੀ ਕਿਸ ਤਰ੍ਹਾਂ ਦੀ ਚੱਲ ਰਹੀ ਹੈ। ਅਗਰ ਕਿਸੇ ਲੇਡੀ ਨੂੰ, ਕੋਈ ਵੀ ਲੇਡੀ ਆਪਣੀ ਡਾਈਟ ਦਾ ਧਿਆਨ ਨਹੀਂ ਰੱਖਦੀ ਹੈ, ਜਿਵੇਂ ਕਿ ਨੋਟਿਸ ਕੀਤਾ ਹੈ ਕਿ ਆਇਰਨ ਟੈਬਲੇਟਸ ਨਹੀਂ ਖਾਂਦੀ ਹੈ, ਕੈਲਸ਼ੀਅਮ ਟੈਬਲੇਟਸ ਨਹੀਂ ਲੈਂਦੀ ਹੈ, ਤੋ ਉਸ ਦੇ ਨਾਲ ਕੀ ਹੁੰਦਾ, ਉਸ ਜਾਨੀ ਸ਼ੁਰੂ ਹੋ ਜਾਂਦੀ ਹੈ। ਤਾਂ ਇੱਕ ਵਾਰ ਖੂਨ ਦੀ ਕਮੀ ਆਉਂਦੀ ਹੈ ਤਾਂ ਫਿਰ ਖੂਨ ਪੂਰਾ ਕਰਨ ਦੇ ਵਿੱਚ ਜੋ ਹੈ ਉਹ ਦਿੱਕਤ ਆਉਂਦੀ ਹੈ। ਜਾਂ ਫਿਰ ਪ੍ਰੈਗਨੈਂਟ ਲੇਡੀਜ਼ ਅਗਰ ਆਇਰਨ ਨਹੀਂ ਖਾ ਰਹੀਆਂ ਹਨ, ਫਿਰ ਉਹ ਕੋਈ ਬਲੀਡਿੰਗ ਹੁੰਦੀ ਹੈ ਜਾਂ ਕੁਛ ਹੁੰਦਾ ਹੈ, ਤਾਂ ਖੂਨ ਦੀ ਜੋ ਹੈ ਉਹਨਾਂ ਨੂੰ ਬੋਤਲਾਂ ਵੀ ਚੜ੍ਹਾਉਣੀਆਂ ਪੈ ਜਾਂਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਦੇ ਲਈ ਪਹਿਲਾਂ ਹੀ ਉਹਨਾਂ ਨੂੰ ਕਾਉਂਸਲ ਕਰਨਾ ਬਹੁਤ ਜ਼ਰੂਰੀ ਹੈ। ਬਾਕੀ ਹੈਲਦੀ ਡਾਈਟ ਆਪਣੀ ਸਾਰੀ ਜੋ ਹੈ, ਜੋ ਏਰੀਏ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਅਵੇਅਰਨੈਸ ਘੱਟ ਹੈ ਲੇਡੀਜ਼ ਦੇ ਵਿੱਚ, ਕਿ ਉਹਨਾਂ ਨੂੰ ਇਸ ਚੀਜ਼ ਦਾ ਆਈਡੀਆ ਨਹੀਂ ਹੈ ਕਿ ਸਾਨੂੰ ਹੈਲਦੀ ਪੂਰੀ ਬੈਲੈਂਸ ਡਾਈਟ ਲੈਣੀ ਚਾਹੀਦੀ ਹੈ। ਪ੍ਰੋਪਰ ਜੋ ਡਾਈਟੀਸ਼ੀਅਨ ਵੀ ਹੈਗੇ ਨੇ ਇੱਥੇ ਸਾਡੇ ਕੋਲ, ਕੋਈ ਵੀ ਪ੍ਰੈਗਨੈਂਟ ਲੇਡੀ ਆਉਂਦੀ ਉਹਦਾ ਇੱਕ ਪ੍ਰੋਪਰ ਡਾਈਟ ਚਾਰਟ ਹੈ ਕਿ ਉਸਨੂੰ ਇੰਨੀਆਂ ਕੈਲਰੀਜ਼ ਲੈਣੀਆਂ ਚਾਹੀਦੀਆਂ ਨੇ, ਇੰਨਾ ਫੈਟ, ਇੰਨਾ ਪ੍ਰੋਟੀਨ ਲੈਣਾ ਚਾਹੀਦਾ ਹੈ। ਬਟ ਉਹ ਜਦੋਂ ਵੀ ਰੈਗੂਲਰ ਵਿਜ਼ਿਟ 'ਤੇ ਪੇਸ਼ੈਂਟ ਆਉਂਦੀ ਹੈ ਤਾਂ ਆਪਾਂ ਉਸਨੂੰ ਸਮਝਾਉਂਦੇ ਹਾਂ। ਇਹਦੇ ਵਿੱਚ ਜੋ ਹੈ ਉਹ ਮੈਂਸ਼ਨ ਕਰਨਾ ਚਾਹੁੰਦੀ ਕਿ ਸਾਰੀਆਂ ਲੇਡੀਜ਼ ਜੋ ਹੁੰਦੀਆਂ ਨੇ 21-22 ਦੀ ਏਜ ਤੋਂ ਬਾਅਦ, ਉਹਨਾਂ ਨੂੰ ਆਪਣਾ ਪੈਪ ਸਮੀਅਰ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ, ਕਿਉਂਕਿ ਜੋ ਕੈਂਸਰ ਦੀ, ਸਰਵਾਈਕਲ ਕੈਂਸਰ ਦੀ ਪ੍ਰੋਬਲਮ ਹੈ ਉਹ ਬਹੁਤ ਜਲਦੀ ਪਕੜੀ ਜਾ ਸਕਦੀ ਹੈ। ਅਗਰ ਕੋਈ ਛੋਟੀ ਜਿਹੀ ਵੀ ਪ੍ਰੋਬਲਮ ਦੇ ਉੱਤੇ ਆਈਡਲੀ ਉਹ ਹਰ ਲੇਡੀ ਦਾ ਹੀ ਸਕਰੀਨਿੰਗ ਪੈਪ ਸਮੀਅਰ ਟੈਸਟ ਹੋਣਾ ਚਾਹੀਦਾ ਹੈ। ਤਾਂ ਲੇਡੀਜ਼ ਨੂੰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਜੋ ਇਸ ਏਜ ਗਰੁੱਪ ਦੇ ਵਿੱਚ ਆਉਂਦੀਆਂ ਨੇ, ਤਾਂ ਕਿ ਉਹਨਾਂ ਦਾ ਇੱਕ ਸਕਰੀਨਿੰਗ ਜੋ ਹੈ ਉਹ ਹੋ ਸਕੇ, ਜੋ ਬਹੁਤ ਹੀ ਜ਼ਿਆਦਾ ਰਿਕਮੈਂਡਡ ਹੈ। ਤਾਂ ਬੇਸ਼ੱਕ ਕੋਈ ਵੀ ਪ੍ਰੋਬਲਮ ਹੈ ਜਾਂ ਬੇਸ਼ੱਕ ਕੋਈ ਵੀ ਪ੍ਰੋਬਲਮ ਨਹੀਂ ਹੈ, ਬਟ ਰੂਟੀਨ ਚੈੱਕਅਪ ਲਈ ਲੇਡੀਜ਼ ਨੂੰ ਆਪਣਾ ਜੋ ਹੈ ਉਹ ਜ਼ਰੂਰ ਆਉਣਾ ਚਾਹੀਦਾ ਹੈ। ਡਾਕਟਰ ਆਰ ਕੇ ਅਮਨਦੀਪ ਜੀ, ਤੁਹਾਡਾ ਸਾਡੇ ਚੈਨਲ 'ਤੇ ਵਾਰਤਾ ਕਰਨ ਲਈ ਬਹੁਤ ਥੈਂਕ ਯੂ ਹੈ। ਤੁਸੀਂ ਸੁਣਿਆ ਕਿ ਡਾਕਟਰ ਆਰ ਕੇ ਅਮਨਦੀਪ ਜੀ, ਇੱਕ ਬਹੁਤ ਹੀ ਪਹਿਲਾਂ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਇਹ ਸ਼ਹੀਦ ਭਗਤ ਸਿੰਘ ਨਗਰ ਦੇ ਹੀ ਵਸਨੀਕ ਨੇ, ਔਰ ਜਿਸ ਤਰ੍ਹਾਂ ਕਿ ਦੱਸਿਆ ਗਿਆ ਹੈ ਕਿ ਇਹਨਾਂ ਦਾ ਪਿੰਡ ਵੀ ਇਸ ਸ਼ਹਿਰ, ਇਸ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ, ਔਰ ਇਹਨਾਂ ਨੇ ਮੁੱਢਲੀ ਆਪਣੀ ਜਿਹੜੀ ਪੜ੍ਹਾਈ ਹੈ ਉਹ ਇਸ ਜ਼ਿਲ੍ਹੇ ਤੋਂ ਸ਼ੁਰੂ ਕਰਕੇ ਬਹੁਤ ਵੱਡੀ ਵਿੱਦਿਆ ਇਹਨਾਂ ਨੇ ਹਾਸਲ ਕੀਤੀ ਹੈ, ਔਰ ਮਾਹਰ ਨੇ ਆਪਣੇ ਗਾਇਨੀ ਦੇ ਵਿੱਚ, ਔਰ ਵੱਡੀ ਡਿਗਰੀ ਇਹਨਾਂ ਨੇ ਹਾਸਲ ਕੀਤੀ। ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਿ ਹਰ ਤਰ੍ਹਾਂ ਦੀ ਸਹੂਲਤ ਇੱਥੇ ਗੁਰੂ ਨਾਨਕ ਮਿਸ਼ਨ ਹਸਪੀਟਲ ਦੇ ਵਿੱਚ ਹੈ, ਔਰ ਲੋਕਾਂ ਨੂੰ, ਇਸ ਇਲਾਕੇ ਦੇ ਖਾਸ ਕਰਕੇ ਲੋਕਾਂ ਨੂੰ ਕਿਸੇ ਵੀ ਬਾਹਰ ਹਸਪੀਟਲ ਜਲੰਧਰ, ਲੁਧਿਆਣਾ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਔਰ ਹਰ ਤਰ੍ਹਾਂ ਦੇ, ਜਿਸ ਤਰ੍ਹਾਂ ਇਹਨਾਂ ਦਾ ਕਹਿਣਾ ਹੈ ਕਿ ਇਕਵਿਪਮੈਂਟਸ ਵੀ ਇੱਥੇ ਹਨ, ਜਿਸ ਤਰ੍ਹਾਂ ਕਿ ਆਪਰੇਸ਼ਨ ਦੇ ਸਾਰੇ ਇੰਤਜ਼ਾਮ ਇੱਥੇ ਹਨ, ਔਰ ਨਾਲ ਹੀ ਇਹਨਾਂ ਨੇ ਪ੍ਰੈਗਨੈਂਟ ਲੇਡੀਜ਼ ਨੂੰ ਪ੍ਰੀਕਾਸ਼ਨ ਵੀ ਦੱਸੀਆਂ ਹੈ ਕਿ ਚੰਗੇ ਫੂਡ ਖਾਣੇ ਚਾਹੀਦੇ ਹਨ। ਜਿਸ ਤਰ੍ਹਾਂ ਇਹਨਾਂ ਨੇ ਆਪਣੀ ਮੈਡੀਕਲ ਲੈਂਗੁਏਜ ਦੇ ਵਿੱਚ ਆਇਰਨ ਔਰ ਹੋਰ ਵਿਟਾਮਿਨ ਦੀ ਵਰਤੋਂ ਬਾਰੇ ਦੱਸਿਆ, ਔਰ ਨਾਲ ਹੀ ਇਹਨਾਂ ਨੇ ਦੱਸਿਆ ਕਿ ਮੈਕਸੀਮਮ ਫਰੂਟ ਜ਼ਰੂਰ ਪ੍ਰੈਗਨੈਂਟ ਲੇਡੀ ਨੂੰ ਖਾਣੇ ਚਾਹੀਦੇ ਹਨ। ਡਾਕਟਰ ਸਾਹਿਬ, ਇਹ ਤਾਂ ਤੁਸੀਂ ਬੜੀ ਭਰਪੂਰ ਜਾਣਕਾਰੀ ਦਿੱਤੀ ਹੈ। ਮੈਨੂੰ ਲੱਗਦਾ ਹੈ ਵੀ ਸਾਡੇ ਆਡੀਅנס ਜਿਹੜੇ ਸੁਣਨਗੇ ਉਹ ਇਹਦਾ ਬਹੁਤ ਫਾਇਦਾ ਲੈਣਗੇ, ਔਰ ਅੱਗੇ ਤੋਂ ਉਹਨਾਂ ਚੀਜ਼ਾਂ ਦਾ ਧਿਆਨ ਵੀ ਰੱਖਣਗੇ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਬਈ ਤੁਸੀਂ ਪਹਿਲਾਂ ਵੀ ਐਜ਼ ਏ ਵੈਲ ਕੁਆਲੀਫਾਈਡ ਡਾਕਟਰ ਹੋ ਤੁਸੀਂ, ਔਰ ਤੁਸੀਂ ਆਪਣੀ ਲਾਈਨ ਦੇ ਵਿੱਚ MD ਹੋ, ਔਰ ਤੁਸੀਂ ਕੀ ਮਹਿਸੂਸ ਕੀਤਾ ਜਦੋਂ ਤੁਸੀਂ ਇੱਥੇ ਢਾਹਾਂ ਕਲੇਰਾਂ ਦੇ ਵਿੱਚ ਆਏ ਹੋ, ਨਵੇਂ ਆਏ ਹੋ? ਕੀ ਮਹਿਸੂਸ ਕਰਦੇ ਹੋ ਵੀ ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਨੇ, ਕਿ ਕਿਸੇ ਕੰਪਲੀਕੇਸ਼ਨ ਦੇ ਕੇਸ ਦੇ ਵਿੱਚ ਇੱਥੋਂ ਤੁਹਾਨੂੰ ਕਿਤੇ ਹੋਰ ਰੈਫਰ ਕਰਨਾ ਪਏਗਾ? ਨਹੀਂ, ਦੇਖੋ, ਇਸ ਤਰ੍ਹਾਂ ਦੀ ਤਾਂ ਠੀਕ ਹੈ, ਕਿਉਂਕਿ ਬਲੱਡ ਬੈਂਕ ਵੀ ਅਵੇਲੇਬਲ ਹੈ ਅੰਦਰ, ਜੋ ਸਭ ਤੋਂ ਵੱਡੀ ਗੱਲ ਹੈ। ਪ੍ਰੈਗਨੈਂਸੀ ਦੇ ਵਿੱਚ ਬਲੀਡਿੰਗ ਦੇ ਨਾਲ ਅਗਰ ਪੇਸ਼ੈਂਟ ਆਉਂਦਾ ਹੈ ਤਾਂ ਸਭ ਤੋਂ ਵੱਡੀ ਪ੍ਰੋਬਲਮ ਉਹਦੇ ਵਿੱਚ ਹੁੰਦੀ ਹੈ। ਬਟ ਬਲੱਡ ਬੈਂਕ ਅਵੇਲੇਬਲ ਹੈ, ਤਾਂ ਇਸ ਤਰ੍ਹਾਂ ਪੇਸ਼ੈਂਟ ਨੂੰ ਬਾਹਰ ਕਿਤੇ ਨਹੀਂ ਜਾਣਾ ਪਏਗਾ। ਲੈਬ ਫੈਸਿਲਿਟੀਜ਼ 24 ਆਵਰਸ ਅਵੇਲੇਬਲ ਨੇ, ਐਂਡ ਆਪਰੇਸ਼ਨ ਥੀਏਟਰ ਫੈਸਿਲਿਟੀਜ਼, OT ਸਟਾਫ ਟ੍ਰੇਨਡ, ਐਂਡ ਐਵਰੀਥਿੰਗ ਇਟ ਇਜ਼ ਆਈ ਥਿੰਕ ਹਰ ਤਰ੍ਹਾਂ ਦੇ ਇਕਵਿਪਮੈਂਟਸ ਹਰ ਤਰ੍ਹਾਂ ਦੇ ਅਵੇਲੇਬਲ ਨੇ, ਉਸ ਦੇ ਵਿੱਚ ਐਸਾ ਕੋਈ ਪ੍ਰੋਬਲਮ ਨਹੀਂ ਹੈ। ਕੀ ਸੁਨੇਹਾ ਦਿਓਗੇ ਆਡੀਅנס ਨੂੰ, ਪੇਸ਼ੈਂਟ ਨੂੰ, ਬਈ ਇੱਥੇ ਗੁਰੂ ਨਾਨਕ ਮਿਸ਼ਨ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਨੇ, ਅਤੇ ਜਿਸ ਤਰ੍ਹਾਂ ਕਿ
ਆਮ ਧਾਰਨਾ ਹੋ ਜਾਂਦੀ ਹੈ ਵੀ ਜੇ ਕੋਈ ਜ਼ਿਆਦਾ ਜ਼ਰੂਰੀ ਜ਼ਿਆਦਾ ਵਧੀਆ ਹਸਪੀਟਲ ਦੇ ਵਿੱਚ ਜਾਣਾ ਤੇ ਲੋਕ ਡੀਐਮਸੀ ਜਾਂਦੇ ਨੇ ਜਾਂ ਜਲੰਧਰ ਜਾਂਦੇ ਨੇ। ਕੀ ਉਹਨਾਂ ਨੂੰ ਜ਼ਰੂਰਤ ਹੈ ਕਿ ਹਰ ਤਰ੍ਹਾਂ ਦਾ ਇੱਥੇ ਇਲਾਜ ਹੈ ਜੀ? ਹਾਂਜੀ ਬਿਲਕੁਲ, ਕਿਉਂਕਿ ਮਲਟੀ ਸਪੈਸ਼ਲਿਟੀ ਹਸਪੀਟਲ ਹੈ। ਮੈਡੀਸਨ ਦੇ ਡਾਕਟਰ ਨੇ, ਆਰਥੋ ਦੇ ਡਾਕਟਰ ਨੇ, ਸਰਜਰੀ ਦੇ ਡਾਕਟਰ ਨੇ, ਨਿਊਰੋ ਸਰਜਨ ਨੇ। तो एज सच मल्टी स्पैशलिटी होने करके हर तरह के फील्ड के जो डॉक्टर इतने अवेलेबल ने। तो गायनी नाल रिलेटेड तो गायनाकोलॉजिस्ट मैं तुहानूं दस्सिया कि मैं एज अ गायनाकोलॉजिस्ट ज्वाइन किया है। तो मल्टी स्पैशलिटी हॉस्पिटल है, विद ब्लड बैंक है, विद एवरी फैसिलिटी अवेलेबल। सो सारिਆਂ ਨੂੰ मेरे ख्याल दे नाल इत्थे आके विजिट करना चाहिए है। जो भी लोकल एरिया है या कुछ भी है, डीएमसी बहुत दूर पैंदा, पेशेंट अफोर्ड भी नहीं कर पाते। एंड तो यही मैं रिकमेंड करांगी कि अच्छा हॉस्पिटल है एंड एवरी फैसिलिटी अवेलेबल है। तो पेशेंट जो है ज़रूर एक बार ढाह क्लेरा के विजिट करन। ਹੋਰ ਕੋਈ ਸੁਨੇਹਾ ਦੇਣਾ ਚਾਹੋ ਸਾਡੇ ਆਡੀਅנס ਨੂੰ? और बस यही है कि ਤੁਸੀਂ ਆਪਣਾ ਜੋ ਹੈ ਸਿਹਤ ਦਾ ਧਿਆਨ ਰੱਖੋ, ਸਪੈਸ਼ਲੀ ਲੇਡੀਜ਼ ਨੂੰ। ਜੋ ਲੇਡੀਜ਼ ਨੇ ਐਕਚੁਅਲੀ ਜੋ ਰੂਰਲ ਏਰੀਆ ਦੀਆਂ ਲੇਡੀਜ਼ ਹੁੰਦੀਆਂ ਨੇ, ਉਹ ਆਪਣੀ ਹੈਲਥ ਨੂੰ ਕੰਪਰੋਮਾਈਜ਼ ਕਰਕੇ ਸਾਰਾ ਦਿਨ ਆਪਣੀ ਫੈਮਿਲੀ ਵੱਲ ਦੇਖਦੀਆਂ ਰਹਿੰਦੀਆਂ ਨੇ ਕਿ ਠੀਕ ਹੈ ਮੇਰੀ ਫੈਮਿਲੀ 'ਚ ਇਹ ਕੰਮ ਹੋ ਜਾਏਗਾ, ਮੈਂ ਫਿਰ ਆਪਣੇ ਆਪ ਨੂੰ ਚੈੱਕਅਪ ਕਰਾਉਣ ਜਾਵਾਂਗੀ, ਇਹ ਟਾਈਮ ਲੱਗੇਗਾ, ਮੈਂ ਫਿਰ ਜਾਵਾਂਗੀ। तो ਲੇਡੀਜ਼ ਨੂੰ ਬੇਸਿਕਲੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਫੈਮਿਲੀ ਦੀ ਕੇਅਰ ਕਰਨਾ ਇਜ਼ ਅ ਗੁੱਡ ਥਿੰਗ, ਬਟ ਆਪਣੇ ਆਪ ਦੇ ਉੱਤੇ ਵੀ ਥੋੜ੍ਹਾ ਧਿਆਨ ਦਿੱਤਾ ਜਾਵੇ, ਆਪਣੀ ਸਿਹਤ ਦੇ ਉੱਤੇ ਵੀ ਧਿਆਨ ਦਿੱਤਾ ਜਾਵੇ। ਤਾਂ ਉਸ ਚੀਜ਼ ਨੂੰ ਇਗਨੋਰ ਨਾ ਕੀਤਾ ਜਾਵੇ। ਅੱਛਾ।